बिकल भरम काटे मोर। कि हे सतगुरु मैं तुहाडे तो कुर्बान जाना जिन्होंने मेरे बड़े औखे औखे भरम जिहड़े सी दूर कर दिते। और शब्द राही ही भरम दूर होने हैं। अज्ञान का हनेरा शब्द राही खत्म होना है। गुरु साहब बचन बख्शिश करते हैं, नाम जपत कोट सूर उजारा बिन सै भरम अंधेरा। ਜਿਹੜਾ अज्ञान का हनेरा माया के प्रभाव ਦੇ ਵਿੱਚ बैठा है तो मन ਉਹਦੇ 'ਚ ਭਟਕਦਾ ਹੈ, ਕਦੇ ਸੱਚ ਨੂੰ ਝੂਠ ਕਦੇ ਝੂਠ ਨੂੰ ਸੱਚ ਜਾਣਦਾ ਹੈ। ਕਹਿੰਦੇ ਇਹ ਜਦੋਂ ਉਹਦੇ ਨਾਮ ਦਾ ਭਾਵ ਇਹ ਨਹੀਂ ਵੀ ਇੱਕ ਸ਼ਬਦ ਦਾ ਰਟਨ ਹੈ, ਇੱਕ ਸ਼ਬਦ ਨੂੰ ਬਾਰ-ਬਾਰ ਜਪਣਾ ਹੈ। ਉਹ ਗੁਰੂ ਸਾਹਿਬ ਨੇ ਸਪਸ਼ਟ ਕੀਤਾ, ਆਪਾਂ ਸਾਰੇ ਜਾਣਦੇ ਹਾਂ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਦਿਓ। ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਗੁਰੂ ਦੀ ਸਿੱਖਿਆ ਨੂੰ ਜਦੋਂ ਭੈ ਭਾਵਨੀ ਨਾਲ ਮੰਨਦਾ ਹੈ ਤਾਂ ਅੰਦਰੋਂ ਅਗਿਆਨ ਦਾ ਹਨੇਰਾ ਖਤਮ ਹੁੰਦਾ ਹੈ, ਭਰਮ ਖਤਮ ਹੁੰਦਾ ਹੈ ਤੇ ਉਹ ਚਾਨਣ ਚਾਨਣ ਹੁੰਦਾ। ਚਾਨਣ ਦੇ ਵਿੱਚ ਸੱਚ ਕੀ ਹੈ, ਕਿੱਥੇ ਜਾਣਾ, ਰਸਤਾ ਕਿਹੜਾ, ਇਹ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਔਰ ਜਦੋਂ ਉਹਦੀ ਬਖਸ਼ਿਸ਼ ਹੁੰਦੀ, ਜਿਹੜਾ ਬਚਨ ਆਪਾਂ ਨਾਨਕ ਨਾਮ ਮਿਲਿਆ ਵਡਿਆਈ, ਉਹਦੀ ਕਿਰਪਾ ਦੁਆਰਾ ਹੀ ਸ਼ਬਦ ਅੰਦਰ ਟਿਕਦਾ ਹੈ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਸੋ ਅਗਰ ਉਹ ਮਨ ਕਰਕੇ ਵੀ ਸੁਣਦਾ, ਸੁਰਤ ਕਰਕੇ ਵੀ ਸੁਣਦਾ, ਉਹ ਗੁਰੂ ਦੀ ਕਿਰਪਾ ਸਦਕਾ ਹੈ। ਔਰ ਜਦੋਂ ਉਹਦੇ ਨਾਲ ਸ਼ਬਦ ਨਾਲ ਜੁੜਦਾ ਹੈ, ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰਦਾ। ਗੁਰੂ ਸਾਹਿਬ ਨੇ ਕਿਹਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਤਾਂ ਫਿਰ ਉਹ ਐਸਾ ਸਦੀਵੀ ਸੁੱਖ ਹੈ ਜਿਹੜਾ ਰਾਜ ਭਾਗ ਵਿੱਚ ਵੀ ਨਹੀਂ ਮਿਲਦਾ, ਉਹ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਦੀਪ ਜੀ। ਸੁਖਵਿੰਦਰ ਵੀਰ ਜੀ ਇਸ ਪਦੇ ਦੇ ਪਾਠ, ਇਸ ਪਦੇ ਦਾ ਵਿਚਾਰ ਲਿਫਟ ਕਰ ਗਏ ਨੇ, ਤੁਸੀਂ ਕੈਰੀ ਔਨ ਕਰੋ ਵੀਰ ਜੀ। ਓਕੇ ਓਕੇ। ਸਾਰੀ ਸੰਗਤ ਤੋਂ ਮਾਫੀ ਚਾਹੁੰਦੇ ਹਾਂ, ਜੋ ਚੀਜ਼ ਹੋਈ ਉਹ ਨਹੀਂ ਹੋਣੀ ਚਾਹੀਦੀ ਸੀਗੀ। ਡਿਸਕਸ਼ਨ ਕਈ ਵਾਰੀ ਜਿਹੜੇ ਵਿਦਵਾਨ ਹਨ ਕਈ ਵਾਰੀ ਆਪਣੇ ਪੁਆਇੰਟ ਤੇ ਜਾਂ ਤੇ ਪੂਰੀ ਤਰ੍ਹਾਂ ਤੋਂ ਸਮਝ ਨਹੀਂ ਪਾਉਂਦੇ ਜਾਂ ਰੱਖ ਨਹੀਂ ਪਾਉਂਦੇ। ਕਿਧਰੇ ਨਾ ਕਿਧਰੇ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਜ਼ਰੂਰ ਕਲੀਅਰ ਕੀਤਾ ਜਾਏਗਾ। ਆਓ ਇੱਕ ਪਦ ਦਾ ਅਸੀਂ ਪਾਠ, ਤਜਿੰਦਰ ਜੀ ਮੇਰੇ ਕੋਲ 9:15 ਹੋ ਗਏ ਤੇ ਇੱਕ ਪਦ ਦਾ ਪਾਠ ਹੀ ਕਰ ਲਿਓ। ਅੱਜ ਪੂਰੀ ਪਾਠ ਆਰਾਮ ਕਰ ਲਿਓ, ਆਰਾਮ ਨਾਲ, ਕੋਈ ਗੱਲ ਜੀ ਅੱਜ ਪਾਠ ਹੀ ਕਰ ਲਿਓ। ਕੁਐਸਚਨ ਆਨਸਰ ਸੈਸ਼ਨ ਨਾਲ ਅਸੀਂ ਰਹਿਣ ਦੇਵਾਂਗੇ ਅੱਜ। ਠੀਕ ਹੈ, ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਜੀ। ਆਓ ਜੀ 23ਵੇਂ ਪਦੇ ਦਾ ਪਾਠ ਆਰੰਭ ਕਰਦੇ ਹਾਂ। ਮਾਰੂ ਮਹਲਾ ਤੀਜਾ। ਅਗਮ ਅਗੋਚਰ ਵੇ ਪਰਵਾਹੇ, ਆਪੇ ਮਿਹਰਬਾਨ ਅਗਮ ਅਥਾਹੇ। अपड़ कोई न सके तिसनो, गुर शब्दी में लाया। अगम जिथे तक गमता ना होए, जिथे तक साडी गमता नहीं है। गमता तो की पाओगे, साडी अखां दी तकन दी लिमिटेशन है, कन्नां दी सुनन दी लिमिटेशन है, साडे शरीर दी कुछ करन दी लिमिटेशन है। अगम जिथे तक असी इन ज्ञान इंद्रिया कर्म इंद्रिया दे राही ना अपड़ सकीए, वो परमात्मा दा विशेष लिए अगम असी उत्ते तक नहीं पहुंच सकते। परमात्मा अगोचर, अगोचर तो पावे, गो तो पाओ इंद्रियां ते गोचर तो पावे इंद्रियां दा विशा ते गोचर तो पहला एड़ा लग गया अगोचर, जो इंद्रियां दा विशा नहीं है। अगोचर इंद्रियां दे राही जिथे तक ना पहुंचा जा सके। वे परवाहे, ये वे परवाहे ए परमात्मा दा गुण कह लिए, विशेषण कह लिए। आपे मेहरबान अगम अथाए, आपे मेहरबान, तू आप ही मेहरबान होता है। ये अगम ये अथाए, अथाए तो पावे, अथा गुणा करके डूंगा। अथा अपड़ कोई ना सके तिसनो, कहते कोई उस तक अपड़ नहीं सकता, अपनी समर्था करके उस तक नहीं पहुंच सकता। पर किस तरह उस दौरान मिलाप हो सकता है? गुर शब्दी में लाया, कहते गुरु दे शब्द दे राही परमात्मा अपने नाल मिला लेंदा है। गुर शब्दी में लाया, शब्द दे राही, शब्द दे राही ही क्यों गुरु साहब बार बार कह रहे हैं? क्योंकि असी बाहर इंज कह लिए कि साडी 9 गोलकां बाहर मुखियां, 9 गोलकां बाहर मुखी होने की वजह करके बाहर दे संसार नूं सच समझ के सच दे भरम विच पईयां रहिंदियां ते उसी भुलेखे विच पईयां होईयां उस झूठ नूं ही सच समझियां जांदियां, समझदियां रहिंदियां। ते गुरु दा शब्द जिहड़ा है वो झूठ दा भरम जिहड़ा है
ਉਹ ਕੱਟ ਦਿੰਦਾ ਹੈ ਤੇ ਸੱਚ ਦਾ ਇੰਜ ਕਹਿ ਲਈਏ ਸੱਚ ਦੀ ਸੋਝੀ ਦੇ ਕੇ ਸੱਚ ਦੇ ਨਾਲ ਮਿਲਾ ਦਿੰਦਾ ਹੈ। ਗੁਰੂ ਸ਼ਬਦੀ ਮਿਲਾਇਆ ਜੀ। ਅਰਵਿੰਦ ਜੀ ਇਹ ਜਿਹੜੀ ਵਿਚਾਰਧਾਰਾ ਹੁਣ ਤੱਕ ਚੱਲੀ ਆਂਦੀ ਪਈ ਸੀ ਵੀ ਇਸ ਵੇਲੇ ਪਹਿਲਾਂ ਵੀ 16 ਸਾਹਿਬ ਦੀ ਵੀ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਜਿਹੜਾ ਹੈ ਇਹਦੇ ਅੰਦਰ ਵੀ ਜਿਹੜਾ ਪਹਿਲਾ ਜਿਹੜਾ ਬੰਦ ਚੱਲਦਾ ਪਿਆ ਨਾ ਉਧਰ ਜਿਹੜੀ ਪੰਚ ਲਾਈਨ ਅਗੇਨ ਜਿਹੜੀ ਹੈ ਨਾ ਉਹ ਕਹਿੰਦਾ ਵੀ ਗੁਰ ਸ਼ਬਦੀ ਮੇਲ ਆਇਆ। ਫਿਰ ਰੱਬ ਨੂੰ ਹੋਰ देखो रब ਜਿਹੜਾ है ना वो है रब ਦੇ ਬਾਰੇ ਬਿਆਨ ਕਰ ਪਾਣਾ ਕਹਿੰਦੇ ਇਹ ਅੱਖਰ ਖਿਰ ਜਾएंगे ਉਹ ਅੱਖਰ ਇਨमें ना जहां बोलते हैं अक्षर आवा ਜੇ ਗੱਲਬਾਤ ਕਰਨੀ ਹੈ ਤੇ ਸ਼ਬਦਾਂ ਦਾ ਪ੍ਰਯੋਗ ਹੋਣਾ ਹੈ ਤੇ ਕਹਿੰਦੇ जहां बोलते हैं अक्षर आवा जै अबोलते हैं मन ना रहावा लेकिन ਅੱਗੇ ਕਹਿੰਦੇ ਨੇ बोल अबोल मद है सोई जस ओ है तस लखे ना ਕੋਈ ਵੀ ਅਕਸ਼ਰ ਰੱਬ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ। ਕੋਈ ਕਹਿੰਦੇ ਸੋਈ ਅਜਾਣ ਕਹੇ ਮੈਂ ਜਾਣਾ। ਜਿਹੜਾ ਬੰਦਾ ਇਹ ਦਾਵਾ ਭਰੇ ਕਿ ਮੈਂ ਰੱਬ ਨੂੰ ਪੂਰਨ ਤੌਰ ਤੇ ਜਾ ਗਿਆ ਗੁਰੂ ਕਹਿੰਦਾ ਉਸ ਤੋਂ ਵੱਡਾ ਅਣਜਾਣ ਕੋਈ ਨਹੀਂ। ਹਾਂ ਗੁਰੂ ਦੇ ਸ਼ਬਦ ਦੇ ਰਾਹੀਂ ਜਿਹੜਾ ਹੈ ਨਾ ਤੂੰ ਉਹਦੇ ਨਾਲ ਸਾਂਝ ਜ਼ਰੂਰ ਬਣਾ ਸਕਦਾ। ਸਾਰੀ ਪਹਿਲਾਂ ਗੱਲ ਜਿਹੜੀ ਰੱਬ ਦੀ ਗੱਲ ਸੀ ਕਿ ਵੀ ਤੂੰ ਹੈ ਸਭ ਪਾਸੇ ਤੂੰ ਸਭ ਤੂੰ ਹੈ ਵਰਤ ਜਿਹੜਾ ਨਾ ਉਸ ਸਾਰਿਆਂ ਵਿੱਚ ਜਿਹੜਾ ਹੈ ਉਹਦਾ ਇਸ ਤੋਂ ਪਹਿਲਾਂ ਸੀ ਉਹ ਹਰਜੀਓ ਸਭ ਮੇਂ ਰਿਹਾ ਸਮਾਈ ਹੈ ਤੇ ਸਾਰਿਆਂ ਵਿੱਚ ਲੇਕਿਨ ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਜਿਹੜਾ ਹੈ ਨਾ ਉਹ ਤੁਹਾਨੂੰ ਉਹਦਾ ਭੇਦ ਨਹੀਂ ਮਿਲ ਸਕਦਾ ਸਾਨੂੰ। ਫਿਰ ਅੱਜ ਗੁਰੂ ਹੋਰ ਰੱਬ ਦੇ ਜਿਹੜੇ ਹੋਰ ਐਡਜੈਕਟਿਵਸ ਜਿਹੜੇ ਨੇ ਨਾ ਇਹਨੂੰ ਕਹਿ ਲਓ ਵੀ ਉਹ ਕਹਿੰਦਾ ਵੀ ਅਗਮ ਹੈ ਉਹ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਜਿਹੜਾ ਨਾ ਉਹ ਜਦੋਂ ਆਏਗਾ ਨਾ ਇਹਨਾਂ ਅੱਖੀ ਬਾਜ ਕੋ ਵੇਚਣਾ ਹੋ ਜਾਏਗਾ ਇੱਥੇ। ਹੁਣ ਇਹਨਾਂ ਅੱਖਾਂ ਦੇ ਨਾਲ ਉਸ ਰੱਬ ਨੂੰ ਨਹੀਂ ਦੇਖਿਆ ਜਾ ਸਕਦਾ ਜੋ ਰੱਬ ਬਿਲਕੁਲ ਸੂਖਸ਼ਮ ਸਰੂਪ ਹੈ। ਇਹਨਾਂ ਅੱਖਾਂ ਦੇ ਰਾਹੀਂ ਉਹਨਾਂ ਨੂੰ ਨਹੀਂ ਦੇਖਿਆ ਜਾ ਸਕਦਾ ਵੀ ਨਾਨਕ ਸੇ ਅੱਖਣੀਆਂ ਬੇਨ। ਬਾਕੀ ਜਦੋਂ ਜੇ ਬਾਣੀ ਪੜ੍ਹਨੀ ਹੈ ਉਹਨਾਂ ਅੱਖਾਂ ਨਹੀਂ ਪੜ੍ਹਨੀ ਉਹਨਾਂ ਅੱਖਾਂ ਦੇ ਰਾਹੀਂ ਹੀ ਅਸੀਂ ਸ਼ਬਦ ਦੀ ਬੰਤਰ ਵੀ ਦੇਖਣੀ ਹੈ ਅਸੀਂ ਉਹ ਉਚਾਰਨ ਵੀ ਕਰਨਾ ਹੈ। ਕਹਿੰਦੇ ਵੀ ਰੱਬ ਜਿਹੜਾ ਹੈ ਨਾ ਅਗਮ ਤੋਂ ਪਹੁੰਚ ਜਿੱਥੇ ਤੱਕ ਗਿਆਨ ਇੰਦਰੀਆਂ ਦੇ ਰਾਹੀਂ ਵੀ ਕਹਿੰਦੇ ਤੂੰ ਕਰਤਾ ਪੁਰਖ ਅਗਮ ਹੈ ਕਿਸ ਨਾਲ ਤੂੰ ਵੱਡੀ ਹੈ ਵੀ ਤੂੰ ਤੇਰੀ ਤੁਲਨਾ ਕਿਹਦੇ ਨਾਲ ਕੀਤੀ ਜਾਏ। ਉਹ ਮਾਲਕ ਜਿਹੜਾ ਨਾ ਅਗਮ ਹੈ ਅਗੋਚਰ ਹੈ। ਅਗਮ ਤੋਂ ਪਹੁੰਚ ਤੱਕ ਪਹੁੰਚ ਨਾ ਹੋ ਸਕੇ ਅਗੋਚਰ ਤੋਂ ਪਹੁੰਚ ਜਿਸ ਤੱਕ ਗਿਆਨ ਇੰਦਰੀਆਂ ਦੇ ਰਾਹੀਂ ਪਹੁੰਚਿਆ ਨਾ ਜਾ ਸਕੇ ਵੀ ਉਹ ਸ਼ਰਨ ਸਮਰੱਥ ਅਗੋਚਰ ਸੁਆਮੀ ਉਹ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਦੀ ਸਮਰੱਥਾ ਵਾਲਾ ਹੈ। ਲੇਕਿਨ ਉਹ ਹੈ ਅਗੋਚਰ। ਬੰਦਾ ਕਹੇ ਕਿ ਮੈਂ ਰੱਬ ਨੂੰ ਫੀਲ ਕਰ ਲਵਾਂ ਟੱਚ ਕਰ ਲਵਾਂ ਇਹਨਾਂ ਅੱਖਾਂ ਦੇ ਨਾਲ ਵੇਖ ਲਵਾਂ ਨਹੀਂ ਉਹਨਾਂ ਗਿਆਨ ਇੰਦਰੀਆਂ ਦੇ ਪਕੜ ਜਿਹੜਾ ਹੈ ਨਾ ਉਹ ਆਉਣ ਵਾਲਾ ਨਹੀਂ ਹੈ। ਔਰ ਫਿਰ ਗੁਰੂ ਕਹਿੰਦੇ ਹੈ ਕੈਸਾ ਕਹਿੰਦਾ ਬੇਪਰਵਾਹ ਜੋ ਫੈਸਲੇ ਕਰਦਾ ਹੈ ਨਾ ਉਹ ਬੇਮੁਹਤਾਜਾ ਇੱਕ ਤੇ ਕਿਸੇ ਦਾ ਮੁਹਤਾਜ ਨਹੀਂ। ਅਸੀਂ ਗੁਰੂ ਸਾਨੂੰ ਬਣਾਉਣਾ ਚਾਹੁੰਦਾ ਕਹਿੰਦਾ ਗੁਰੂ ਸਾਨੂੰ ਵੀ ਕਹਿੰਦਾ ਵੀ ਹਮ ਕਾਹੂੰਗੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ ਸਾਡਾ ਜੀਵਨ ਵੀ ਐਸਾ ਹੋ ਜਾਏ ਅਸੀਂ ਵੀ ਕਿਤੇ ਮੁਹਤਾਜ ਨਾ ਰਹੀਏ। ਜਾਂ ਫਰੀਦ ਸਾਹਿਬ ਕਹਿੰਦੇ ਫਰੀਦਾ ਬਾਰ ਪਰਾਏ ਬੈਸ ਨਾ ਸਾਈਂ ਮੁਝੇ ਨਾ ਦੇ ਮੈਂ ਕਿਸੇ ਦਾ ਮੁਹਤਾਜ ਹੋ ਕੇ ਰੱਬ ਦੇ ਪ੍ਰਤੀ ਕਹਿੰਦੇ ਨੇ ਬੇਮੁਹਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰ ਵਾਹ। ਉਹ ਗੁਰੂ ਕਿਸੇ ਦੀ ਕਾਨ ਨਹੀਂ ਕਰਦਾ ਕਿਸੇ ਦੀ ਮੁਹਤਾਜੀ ਨਹੀਂ ਕਰਦਾ। ਰੱਬ ਜਿਹੜਾ ਹੈ ਨਾ ਇੱਕ ਕੱਲ ਵੀ ਜਿਹੜਾ ਪ੍ਰੋਫੈਸਰ ਸਾਹਿਬ ਜਿਹੜਾ ਉਹ ਇੱਕ ਲਾਈਨ ਬੜੀ ਵਧੀਆ ਕੋਟ ਕੀਤੀ ਸੀ ਕਹਿੰਦੇ ਨੇ ਆਪਣੋ ਭਾਵਨ ਕਰ ਜੋ ਉਹਨੂੰ ਭਾਉਂਦਾ ਨਾ ਉਹ ਕਰਦਾ ਉਹ ਅਭੁੱਲ ਨਾ ਭੁੱਲੇ ਲਖਿਓ ਨਾ ਚਲਾਵੇ ਮਤਾ ਨਾ ਕਰੇ 50। ਉਹ 50 ਬੰਦਿਆਂ ਦੇ ਉਹ ਕਾਉਂਸਲ ਆਫ ਮਿਨਿਸਟਰਸ ਨੂੰ ਬੁਲਾ ਕੇ ਨਹੀਂ ਪੁੱਛਦਾ ਕਿ ਮੈਂ ਇਹ ਕੰਮ ਕਰਾਂ। ਉਹ ਹੈ ਵੀ ਅਭੁੱਲ। ਉਹ ਇੱਕ ਪਹਿਲਾਂ ਵੀ ਗਿਆ ਸੀ ਨਹੀਂ ਹੋਤ ਕਿ ਦੋ ਬਾਰਾ ਕਰਨੇ ਹਾਰ ਨਾ ਭੂਲਣ ਹਾਰਾ। ਇੱਕ ਰਿਵਿਊ ਇੱਕ ਹੁੰਦਾ ਨਾ ਇੱਕ ਅੱਛਾ ਇੱਕ ਜਜਮੈਂਟ ਨਿਕਲਦੀ ਹੈ ਕੋਈ ਵੀ ਉਹ ਹਾਈ ਕੋਰਟ ਨੇ ਜਜਮੈਂਟ ਦਿੱਤੀ ਕਿ ਇੱਥੇ ਫਲਾਣੀ ਚੀਜ਼ ਕਰ ਲਓ ਫਿਰ ਕਹਿੰਦੇ ਨੇ ਰਿਵਿਊ ਪਟੀਸ਼ਨ ਪਾਓ ਜੀ ਇਹ ਜੋ ਤੁਸੀਂ ਫੈਸਲਾ ਕੀਤਾ ਸੀ ਨਾ ਇਹਦੇ ਤੇ ਫਿਰ ਤੋਂ ਵਿਚਾਰ ਕਰਕੇ ਦੇਖੋ। ਕਹਿੰਦੇ ਨਹੀਂ ਜਦੋਂ ਕਹਿੰਦੇ ਨਹੀਂ ਹੋਤ ਕਿ ਦੋ ਬਾਰਾ ਕਰਨੇ ਹਾਰ ਨਾ ਭੂਲਣ ਹਾਰਾ ਉਹ ਇਸ ਪ੍ਰਥਾ ਹੀ ਸੂਟ ਹੋਏਗਾ ਕਿ ਉਹ ਰੱਬ ਆਪਣੇ ਫੈਸਲੇ ਨੂੰ ਰਿਵਿਊ ਨਹੀਂ ਕਰਦਾ। ਰੱਬ ਨੇ ਨਾ ਉਹ ਬੇਮੁਹਤਾਜ ਹੈ ਬੇਪਰਵਾਹ ਹੈ ਜੋ ਕਰਦਾ ਹੈ ਨਾ ਉਹ ਠੀਕ ਹੀ ਕਰਦਾ ਔਰ ਉਹਨੂੰ ਕਦੀ ਆਪਣੇ ਕੀਤੇ ਹੋਏ ਨਾ ਜਿਹੜਾ ਕੱਲ ਦਾ ਜਿਹੜਾ ਸ਼ਬਦ ਪ੍ਰਸਾਦ ਨੇ ਕੋਟ ਕੀਤਾ ਸੀ ਕਹਿੰਦੇ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ। ਮੰਤਰ ਤੋਂ ਪਾਓ ਸਲਾਹ। ਮੰਤਰੀ ਕੋਲੋਂ ਜੋ ਮਿਲਦਾ ਨਾ ਮੰਤਰੀਆਂ ਕੋਲੋਂ ਸਲਾਹ ਲਿੱਤੀ ਜਾਂਦੀ ਹੈ। ਮੰਤਰੀ ਮੰਤਰ ਦਿੰਦੇ ਨੇ ਇਹ ਆਮ ਤੌਰ ਤੇ ਇੱਕ ਹਿੰਦੀ ਦੀ ਜਿਹੜੀ ਸ਼ਬਦਾਵਲੀ ਨਾ ਉਹ ਜਿਹੜੇ ਰਾਜੇ ਮਹਾਰਾਜਾ ਨੂੰ ਸੀ ਨਾ ਕਹਿੰਦੇ ਨੇ ਆਪਕੋ ਮੰਤਰਣਾ ਕਕਸ਼ ਮੇਂ ਬੁਲਾਇਆ ਹੈ। ਮੰਤਰਣਾ ਕਕਸ਼ ਬਹੁਤ ਕੌਨਫੀਡੈਂਸ ਹਾਲ ਕਹਿ ਲਓ ਚਲੋ ਵੀ ਅਸੀਂ ਸਾਰੇ ਮਿਲ ਕੇ ਆਪਕੋ ਮੰਤਰਣਾ ਕੇ ਲਈ ਬੁਲਾਇਆ ਹੈ ਸਲਾਹ ਮਸ਼ਵਰੇ ਵਾਸਤੇ ਤੁਹਾਨੂੰ ਬੁਲਾਇਆ ਗਿਆ। ਕਹਿੰਦੇ ਗੁਰੂ ਕਹਿੰਦੇ ਨੇ ਮੰਤਰ ਨਾ ਦੂਸਰੋ ਧਾਰ। ਉਹ ਕਿਸੇ ਕੋਲੋਂ ਸਲਾਹ ਮਸ਼ਵਰਾ ਨਹੀਂ ਕਰਦਾ। ਓਪਤ ਪਰਲੋ ਏਕੈ ਨਿਮਖ ਤੂੰ ਘਰ ਤੇਰੇ ਘਰ ਵਿੱਚ ਓਪਤ ਤੇ ਪਰਲੋ ਰਹਿਣਾ ਵੀ ਉਹ ਇੱਕ ਨਿਮਖ ਵਿੱਚ ਹੋ ਜਾਂਦੀ।
ਉਹ ਕਹਿੰਦੇ ਸਕਲ ਉਹ ਵੀ ਕਹਿੰਦਾ ਵੀ ਹਰਨ ਭਰਨ ਜਾ ਕਾ ਨੇਤਰ ਫੋਰ। ਰੱਬ ਵਾਸਤੇ ਸ੍ਰਿਸ਼ਟੀ ਪੈਦਾ ਕਰਨੀ, ਸ੍ਰਿਸ਼ਟੀ ਦਾ ਨਾਸ਼ ਕਰਨਾ, ਉਹਦੇ ਵਾਸਤੇ ਕੋਈ ਐਫਰਟ ਟੇਕਿੰਗ ਵਰਕ ਨਹੀਂ ਹੈ। ਕਿਉਂਕਿ ਬਾਣੀ ਦੇਖੋ, ਅਸੀਂ ਬਾਣੀ ਜਿਹੜਾ ਨਾ ਉਸ ਰੱਬ ਨੂੰ ਡਿਸਕ੍ਰਾਈਬ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਪਈ ਹੈ ਜੋ ਇੱਕ ਮੰਨੋ ਇੱਕ ਤਰੀਕੇ ਦੇ ਨਾਲ ਹੈ ਹੀ ਸੂਖਸ਼ਮ, ਤੇ ਔਰ ਉਹਦੇ ਪਰਸਪੈਕਟਿਵਸ ਵੀ ਇਤਨੇ ਡੀਪ ਨੇ ਨਾ, ਤੇ ਸਾਨੂੰ ਹਰ ਗੱਲ ਹਰ ਪਰਸਪੈਕਟਿਵ ਵਿੱਚ ਬਿਲਕੁਲ ਸਹੀ ਹੈ। ਜਦੋਂ ਉਹਦਾ ਪਰਸਪੈਕਟਿਵ ਲੈ ਕੇ ਚੱਲਾਂਗੇ ਨਾ, ਉਹਦਾ ਪ੍ਰਸੰਗ ਲੈ ਕੇ ਚੱਲਾਂਗੇ ਤਾਂ ਗੱਲ ਵਿੱਚ ਜਦੋਂ ਪ੍ਰਸੰਗ ਨੂੰ ਅਸੀਂ ਕਲੈਸ਼ ਕਰ ਲਵਾਂਗੇ ਨਾ, ਫਿਰ ਸਾਡੇ ਵਿੱਚ ਉਹ ਜਿਹੜੀ ਗੱਲ ਚੱਲਦੀ ਪਈ ਉਸ ਰੱਬ ਦੇ ਬਾਰੇ ਅਗੇਨ ਵੀ ਉਹ ਅਗਮ ਹੈ, ਅਗੋਚਰ ਹੈ, ਬੇਪਰਵਾਹ ਹੈ, ਆਪੇ ਮਿਹਰਬਾਨ ਸਾਰਿਆਂ ਉੱਤੇ। ਉਹ ਕਿਸੇ ਨਾਲ ਦੁਸ਼ਮਣੀ ਰੱਖ ਕੇ ਬੈਠਿਆ ਹੋਇਆ ਨਹੀਂ ਹੈ, ਉਹ ਸਾਰਿਆਂ ਉੱਤੇ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ ਜੀ ਸਕਲ ਕੋ ਦੇਦਾ। ਉਹਦੀ ਜਿਹੜੀ ਬੇਸਿਕ ਪ੍ਰਵਿਰਤੀ ਜਿਹੜੀ ਹੈ ਨਾ, ਉਹ ਮਿਹਰਧਾਰੀ ਕਰੀ ਬੈਠਿਆ ਹੋਇਆ ਹੈ। ਅਗਮ ਅਥਾਹੇ, ਅਥਾ ਪਹੁੰਚ ਜਿਹਦੇ ਖਿਲਾਰੇ ਦਾ ਕੋਈ ਅੰਤ ਹੀ ਨਾ ਹੋ। ਅਥਾ ਅਸੀਂ ਉਹਦੀ ਬਣਾਈ ਹੋਈ ਰਚਨਾ ਜਿਹੜੀ ਹੈ ਨਾ, ਉਹਦਾ ਵੀ ਅੰਤ ਕਿਸੇ ਨੇ ਨਾ ਪਾਇਆ ਨਾ ਪਾ ਸਕਦਾ। ਉਹ ਬੇਅੰਤ ਤੋਂ ਬੇਅੰਤ ਜਿਹੜਾ ਹੈ ਨਾ, ਉਹ ਅਗਮ ਅਥਾਹੇ। ਅੱਪੜ ਕੋਏ ਨਾ ਸਕੈ ਤਿਸਨੂੰ, ਉਸ ਤੱਕ ਕਹਿੰਦੇ ਤੁਧ ਅੱਪੜ ਕੋਏ ਨਾ ਸਕੈ, ਸਭ ਝਾਕ ਝਾਕ ਪਵੈ ਝੜ। ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਈ। ਤੁਸੀਂ ਰੱਬ ਨੂੰ ਜਿਤਨਾ ਬਿਆਨ ਕਰੋਗੇ ਨਾ, ਕਰਨੀ ਹੈ ਰੱਬ ਨੂੰ ਵੱਡਾ ਵੱਡਾ ਕਰਕੇ ਸਾਲਾਨਾ ਵੀ ਹੈ, ਲੇਕਿਨ ਮਤਾ ਅਸੀਂ ਸਮਝ ਆਓ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਅਸੀਂ ਇਹ ਨਹੀਂ ਕਿ ਜੇ ਉਹ ਅਕਥ ਉਹਦੀ ਕਹਾਣੀ ਕਰਨਾ ਛੱਡਦੀ ਹੈ, ਲੇਕਿਨ ਸਾਡੇ ਮਨ ਵਿੱਚ ਇਹ ਵੀ ਪੱਕਾ ਨਿਸ਼ਚਾ ਹੋਵੇ ਕਿ ਉਹ ਕਥਿਆ ਨਹੀਂ ਜਾ ਸਕਦਾ ਪੂਰਨ ਤੌਰ ਦੇ ਉੱਤੇ। ਰੱਬ ਕਥਿਆ ਨਹੀਂ ਜਾ ਸਕਦਾ, ਉਹਦੇ ਤੱਕ ਪੂਰਨ ਤੌਰ ਦੇ ਉੱਤੇ ਨਾ ਹੈ ਉਹਦੀ ਬਖਸ਼ਿਸ਼ ਸਦਕਾ ਅਸੀਂ ਉਹਦੇ ਵਿੱਚ ਸਮਾ ਸਕਦੇ ਹਾਂ। ਨਦੀਆਂ ਤੇ ਵਾ ਪਵੇ ਸਮੁੰਦ ਨਾ ਜਾਣੀਏ, ਅਸੀਂ ਉਹਦੇ ਵਿੱਚ ਅਸੀਂ ਉਹ ਨਦੀ ਨਾਲੇ ਟਿੱਬੇ ਕਹ ਲਓ ਛੋਟੀਆਂ ਗਰੁੱਪਸ ਔਰ ਲੇਨਸ ਆ ਜੋ ਉਹਦੇ ਜਾ ਕੇ ਸਮਾ ਦੇ ਸਕਦੇ ਆ, ਲੇਕਿਨ ਉਹਦਾ ਅੰਤ ਫਿਰ ਵੀ ਕੋਈ ਨਹੀਂ ਪਾ ਸਕਦਾ। ਅੱਪੜ ਕੋਈ ਨਾ ਸਕੇ ਤਿਸ ਨੂੰ। ਫਿਰ ਅੱਗੇ ਜਿਹੜੀ ਪੰਜ ਲਾਈਨ ਕਹਿੰਦੇ ਗੁਰ ਸ਼ਬਦੀ ਮਿਲਾਇਆ, ਗੁਰੂ ਦੇ ਸ਼ਬਦ ਦੇ ਰਾਹੀਂ ਉਹ ਸਾਡਾ ਉਹਦੇ ਨਾਲ ਮਿਲਾਪ ਜ਼ਰੂਰ ਹੋ ਜਾਂਦਾ। ਹਾਂਜੀ ਧੰਨਵਾਦ ਵੀਰ ਜੀ। ਜੀ ਬਲਵੀਰ ਜੀ। ਹਾਂਜੀ, ਮਾਰੂ ਮਹਿਲਾ ਤੀਜਾ। ਹੁਣ ਮਾਰੂ ਰਾਗ ਹੈ, ਮਹਿਲਾ ਕੀ ਹੈ ਜੀ? ਸਰੀਰ ਹੈ। ਤੀਜਾ ਤੀਸਰੇ ਪਾਤਸ਼ਾਹ। ਹੁਣ ਇਹ ਸਰੀਰ ਤੋਂ ਬਿਨਾਂ ਜਿਹੜੀ ਅੱਗੇ ਬਾਣੀ ਹੈ, ਬਾਣੀ ਕੀ ਹੈ? ਅਗਾਮਾ ਗੋਚਰ, ਇਹ ਗੁਰਬਾਣੀ ਹੈ। ਮਾਰੂ ਮਹਿਲਾ ਤੀਜਾ ਬਾਣੀ ਨਹੀਂ ਹੈ, ਗੁਰਬਾਣੀ ਅਗਾਮਾ ਗੋਚਰ ਬੇਪਰਵਾਹ ਆ। ਹੁਣ ਮਾਰੂ ਮਹੱਲਾ ਤੀਜਾ ਕਿਉਂ ਲਿਖਿਆ? ਕਿਉਂਕਿ ਤੀਸਰੇ ਪਾਤਸ਼ਾਹ ਦੇ ਰਾਹੀਂ ਜਿਹੜੀ ਬਾਣੀ ਹੈ ਅਗਾਮਾ ਗੋਚਰ ਉਹ ਆਈ ਹੈ। ਹੁਣ ਤਨ ਤੋਂ ਬਿਨਾਂ ਬਾਣੀ ਕਿੱਥੋਂ ਆਊਗੀ ਜੀ? ਗੁਰੂ ਨੇ ਲਿਖਿਆ। ਹੁਣ ਮਾਰੂ ਰਾਗ ਹੈ, ਮਹਿਲਾ ਸਰੀਰ ਹੁੰਦਾ ਹੈ, ਤਨ ਹੁੰਦਾ ਹੈ। ਤਨ ਤੋਂ ਬਿਨਾਂ ਬਾਣੀ ਕਿੱਥੋਂ ਆਊ ਜੀ? ਬਿਲਕੁਲ ਨਹੀਂ ਆ ਸਕਦੀ। ਔਰ ਤੀਸਰੇ ਪਾਤਸ਼ਾਹ ਨੂੰ ਅਸੀਂ ਗੁਰੂ ਮੰਨਦੇ ਹਾਂ। ਕਿਉਂ ਮੰਨਦੇ ਹਾਂ? ਤਨ ਕਰਕੇ ਗੁਰੂ ਹੈ, ਪਰ ਗੁਰੂ ਸ਼ਬਦ ਵੀ ਹੈ। ਬਾਣੀ ਕਰਕੇ, ਮਨ ਕਰਕੇ। ਮਨ ਨੂੰ ਸ਼ਬਦ ਦੀ ਲੋੜ ਹੈ। ਮਨ ਗੁਰੂ ਆਪਣੇ ਬਾਣੀ ਨੂੰ ਕਹਿੰਦਾ ਹੈ। ਤਨ ਜਿਹੜਾ ਮੇਰਾ ਤਨ ਹੈ ਉਹ ਗੁਰੂ ਆਪਣੇ ਮਹੱਲੇ ਨੂੰ ਕਹਿੰਦਾ। ਤਨ ਔਰ ਮਨ ਦਾ ਸੰਕਲਪ ਗੁਰਮਤਿ ਦੇ ਵਿੱਚ ਹੈ, ਬਿਲਕੁਲ ਹੈ। ਤਨ ਕਰਕੇ, ਮਨ ਕਰਕੇ, ਮਨ ਵਚ ਕਰਮਾਂ ਕਰਕੇ, ਮਨ ਕਰਕੇ ਬਚਨ ਕਰ। ਬਚਨ ਕਿੱਥੋਂ ਹੋਣੇ ਆ? ਜੀਭਾਂ ਦੇ ਨਾਲ। ਕਰਮ ਕਿੱਥੋਂ ਹੋਣਾ? ਕਰਮ ਇੰਦਰੀਆਂ ਦੇ, ਸਰੀਰ ਦੇ ਨਾਲ। ਮਨ ਔਰ ਤਨ ਦੋਨਾਂ ਦੀ ਹੀ ਗੱਲ ਹੈ। ਹਾਂ, ਜਿਹੜਾ ਮਨ ਦਾ ਗੁਰੂ ਆ ਕਦੀ ਬਿਨਸਦਾ ਨਹੀਂ ਹੈ। ਜਿਹੜਾ ਤਨ ਵਾਲਾ ਗੁਰੂ ਹੈ, ਸਾਡਾ ਵੀ ਤਨ ਬਿਨਸਣਾ, ਤਾਂ ਉਹ ਤਨ ਵਾਲਾ ਜਿਹੜਾ ਗੁਰੂ ਪਦਵੀ ਪ੍ਰਾਪਤ ਕਰਦਾ ਹੈ ਉਹ ਵੀ ਬਿਨਸਦਾ ਹੈ। ਔਰ 10 ਪਾਤਸ਼ਾਹੀਆਂ ਬਿਨਸੀਆਂ ਹਨ। ਅਸੀਂ ਸਾਰੀ ਸੰਗਤ ਨੇ ਉਹਨਾਂ ਨੂੰ ਗੁਰੂ ਕਿਹਾ, ਮੰਨਿਆ। ਸਤਿਗੁਰੂ ਨਾਨਕ ਪ੍ਰਗਟਿਆ, ਗੁਰੂ ਨਾਨਕ ਪ੍ਰਗਟਿਆ। ਕੌਣ? ਸਿੱਖ ਕਹਿ ਰਿਹਾ ਇੱਕ ਆਪਣੇ ਗੁਰੂ ਦੇ ਬਾਬਤ। ਭਾਈ ਗੁਰਦਾਸ ਕਹਿ ਰਿਹਾ ਮੇਰਾ ਗੁਰੂ ਸਤਿਗੁਰੂ ਨਾਨਕ ਪ੍ਰਗਟਿਆ, ਜੰਮਿਆ ਨਹੀਂ ਹੈ, ਪ੍ਰਗਟਿਆ। ਗੁਰੂ ਕਿਵੇਂ ਬਣਿਆ? ਤਨ ਬਣਿਆ। ਨਾਨਕ ਤਨ ਬਣ ਕੇ ਵੀ ਪ੍ਰਗਟ ਹੁੰਦਾ, ਨਾਨਕ ਸ਼ਬਦ ਬਣ ਕੇ ਵੀ ਪ੍ਰਗਟ ਹੁੰਦਾ। ਤਨ ਔਰ ਮਨ ਦਾ ਸੰਕਲਪ ਤੋਂ ਬਿਨਾ ਗੁਰਬਾਣੀ ਖੋਲਦੀ ਹੀ ਨਹੀਂ। ਸਭ ਕੁਛ ਤਨ ਔਰ ਮਨ ਦੇ ਨਾਲ, ਹਜ਼ਾਰਾਂ ਪ੍ਰਮਾਣ ਤਨ ਔਰ ਮਨ ਦੇ ਗੁਰਬਾਣੀ ਦੇ ਅੰਦਰ ਮੌਜੂਦ ਹਨ। ਹੁਣ ਮਾਰੂ ਮਹੱਲਾ ਤੀਜਾ ਹੈ, ਇਹ ਤਨ ਦੇ ਬਾਬਤ ਦੱਸਿਆ। ਤਨ ਨੇ ਬਾਣੀ ਪ੍ਰਗਟ ਕੀਤੀ ਹੈ। ਅਗਮ ਅਗੋਚਰ ਵੇ ਪ੍ਰਵਾਹੇ, ਇਹ ਅਗਮ ਗਮਤਾ ਤੋਂ ਰਹਿਤ, ਗੋਚਰ ਇੰਦਰੀਆਂ ਦੀ ਪਹੁੰਚ ਤੋਂ ਰਹਿਤ, ਵੇ ਪ੍ਰਵਾਹੇ, ਵੇ ਪ੍ਰਵਾਹ ਪ੍ਰਭੂ ਜੀ।
ਇਹ ਸੰਬੋਧ ਕੀ ਹੈ, ਸੰਬੋਧਨ ਕਰਦੇ ਆ। ਸਤਿਗੁਰ ਪਾਤਸ਼ਾਹ ਦੀ ਬਾਣੀ ਅਕਾਲ ਪੁਰਖ ਨੂੰ ਸੰਬੋਧਨ ਕਰਦੀ ਹੈ, ਅਗੰਮ ਹੇ ਅਗੰਮ ਜਿਸ ਤੱਕ ਪਹੁੰਚ ਨਾ ਕੀਤੀ ਜਾ ਸਕੇ, ਗੋਚਰ ਜਿਹੜਾ ਪਕੜਿਆ ਨਾ ਜਾ ਸਕੇ, ਵੇ ਪ੍ਰਵਾਹ ਜਿਸ ਨੂੰ ਕਿਸੇ ਦੀ ਪ੍ਰਵਾਹ ਨਾ ਹੋਵੇ, ਆਪੇ ਮਿਹਰਬਾਨ। ਹੁਣ ਮਿਹਰਬਾਨ ਵਿਸ਼ੇਸ਼ਣ ਹੈ ਆਪੇ ਕਿਸ ਦਾ, ਕਰਤੇ ਦਾ। ਕਰਤਾ ਮਿਹਰਬਾਨ ਹੈ, ਉਹ ਕਰਤਾ ਜਿਹੜਾ ਅਗੰਮ ਅਥਾਹ ਹੈ, ਅਗੰਮ ਅਥਾਹ ਹੈ, ਅਗੰਮ ਅਥਾਹ ਪ੍ਰਭੂ ਜਿਹੜਾ ਹੈਗਾ ਉਹਦੀ ਵਿਸ਼ੇਸ਼ਣ ਕੀ ਹੈਗੀ ਹੈ, ਉਹ ਮਿਹਰਬਾਨ ਹੈ। ਅੱਪੜ ਕੋਈ ਨਾ ਸਕੇ ਤੇ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਹੁਣ ਤਨ ਤਾਂ ਜਾਂਦਾ ਨਹੀਂ ਕਿਤੇ ਪੜਨ ਵਾਸਤੇ ਪ੍ਰਮਾਤਮਾ ਨੂੰ, ਕਿਉਂਕਿ ਪ੍ਰਮਾਤਮਾ ਜਿਹੜਾ ਨਿਰੰਕਾਰ ਹੈ, ਘਰ ਰਹਿਤ ਹੈ। ਆਕਾਰ ਰਹਿਤ ਨੂੰ ਆਕਾਰ ਰਹਿਤ ਹੋ ਕੇ ਹੀ ਮਿਲਿਆ ਜਾ ਸਕਦਾ ਹੈ। ਕਿਵੇਂ? ਸ਼ਬਦੀ ਗੁਰ ਸ਼ਬਦੀ ਪਕੜਿਆ ਗੁਰ ਸ਼ਬਦੀ। ਅੱਪੜ ਕੋਈ ਨਾ ਸਕੇ ਉਹ ਤੱਕ ਪਹੁੰਚ ਨਹੀਂ ਸਕਦਾ, ਪਰ ਗੁਰੂ ਬਾਣੀ ਨੇ ਦੱਸਿਆ ਸਾਨੂੰ ਪਹੁੰਚ ਸਕਦਾ। ਪਕੜਿਆ ਗੁਰ ਸ਼ਬਦੀ ਮਿਲਾਇਆ, ਤੇ ਉਹਨੂੰ ਮੇਲ ਸਤਿਗੁਰ ਦੀ ਬਾਣੀ ਨੇ ਦੱਸਿਆ ਹੈ ਕਿ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਮਿਲਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਉੱਥੇ ਤੱਕ ਅਪੜਿਆ ਜਾ ਸਕਦਾ ਹੈ, ਪਹੁੰਚਿਆ ਜਾ ਸਕਦਾ ਹੈ, ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਉਸ ਨੂੰ ਮਿਲਿਆ ਜਾ ਸਕਦਾ ਹੈ। ਇਸ ਲਈ ਜਿਹੜਾ ਗੁਰਬਾਣੀ ਦਾ ਫਲਸਫਾ ਹੈ, ਔਰ ਤਨ ਔਰ ਮਨ ਦੋਨਾਂ ਨੂੰ ਲੈ ਕੇ ਜਾਂਦਾ ਹੈ। 10 ਪਾਤਸ਼ਾਹੀਆਂ ਨੂੰ ਗੁਰੂ ਬਿਲਕੁਲ ਸੰਗਤ ਨੇ ਘੋਸ਼ਿਤ ਕੀਤਾ ਹੈ, ਮੰਨਿਆ ਹੈ, ਉਹਦੇ ਹੁਕਮ ਚ ਚੱਲੇ ਹਨ। ਇਹ ਗੁਰਬਾਣੀ ਦਾ ਕਨਸੈਪਟ ਹੈ। ਗੁਰਬਾਣੀ ਗੁਰੂ ਮਨ ਦੀ ਗੱਲ ਕਰਦੀ ਹੈ, ਤਨ ਦੀ ਵੀ ਗੱਲ ਕਰਦੀ ਹੈ। ਗੁਰੂ ਜਿਹੜਾ ਹੈਗਾ ਤਨ ਕਰਕੇ ਵੀ ਹੈ, ਪਰ ਸਾਡੇ ਤਨ ਵਾਸਤੇ ਹੈ, ਸਾਡੇ ਮਨ ਵਾਸਤੇ ਵੀ ਹੈ। ਜਿਹੜਾ ਸਾਡਾ ਮਨ ਹੈ ਜੋ ਮਰਦਾ ਨਹੀਂ ਹੈ, ਜੋਤ ਹੈ ਜੋ ਜੋਤ ਸਰੂਪ ਹੈ, ਉਹ ਮਰਦੀ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਸ਼ਬਦ ਹੈ ਇਹ ਜੋਤ ਸਰੂਪ ਹੈ, ਇਹ ਮਰਦਾ ਨਹੀਂ ਹੈ। ਪਰ ਗੁਰੂ ਸਾਡਾ ਤਨ ਕਰਕੇ ਵੀ ਹੈ ਔਰ ਮਨ ਕਰਕੇ ਵੀ ਹੈ। 10 ਪਾਤਸ਼ਾਹੀਆਂ ਹੁਣ ਸਾਡਾ ਹਾਜ਼ਰਾ ਹਜ਼ੂਰ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰਤਾ ਗੱਦੀ ਉਹਨਾਂ ਨੂੰ ਦਿੱਤੀ ਹੈ। ਜੇ ਅਸੀਂ ਕਹਿ ਦਈਏ ਬੇਅਦਬੀ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਤਨ ਹੈ ਸੜ ਗਿਆ, ਤੇ ਕੀ ਗੁਰੂ ਸੜ ਗਿਆ? ਨਹੀਂ, ਤਨ ਕਰਕੇ ਸਰੀਰ ਦਾ ਨਾਸ਼ ਹੋਣਾ ਹੈ, ਗੁਰਬਾਣੀ ਦਾ ਮੁੱਢਲਾ ਸਿਧਾਂਤ ਹੈ। ਪਰ ਮਨ ਕਰਕੇ ਸ਼ਬਦ ਕਰਕੇ ਸ਼ਬਦ ਮਰਨਾ ਨਹੀਂ, ਭਾਵੇਂ ਹਜ਼ਾਰਾਂ ਪੀੜਾਂ ਸਵਾਹ ਹੋ ਜਾਣ, ਪਰ ਸ਼ਬਦ ਜਿਹੜਾ ਸਦੀਵ ਕਾਲ ਰਹਿੰਦਾ ਹੈ। ਇਸ ਕਰਕੇ ਸ਼ਬਦ ਗੁਰੂ ਤਨ ਔਰ ਮਨ ਦੋਨਾਂ ਦੀ ਗੱਲ ਗੁਰਬਾਣੀ ਕਰਦੀ ਹੈ। ਦਾਸ ਇੱਥੇ ਦ੍ਰਿੜ ਆ, ਬਿਲਕੁਲ 100% ਦ੍ਰਿੜ, ਕਦੀ ਵੀ ਨਹੀਂ ਬਦਲੇਗਾ, ਕਿਉਂਕਿ ਮੈਨੂੰ ਗੁਰੂ ਨੇ ਸਮਝਾਇਆ ਹੈ। ਔਰ ਸਿੱਖ ਜਿਹੜਾ ਹੈਗਾ ਸਤਿਗੁਰੂ ਕਾ ਜੋ ਸਿੱਖ ਕਾਏ ਭਲਕੇ ਉਠਾਰ ਨਾਮ ਤੇ ਆਏ, ਮਨ ਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ? ਮਨ ਇਸ਼ਨਾਨ ਕਰਦਾ ਹੈਗਾ ਜੇ ਹਵਾ ਚ ਹੈ, ਨਾ ਸਾਨੂੰ ਮਨ ਦਿਸਦਾ ਹੈ, ਨਾ ਕਿਸੇ ਨੂੰ ਵੀ ਦਿਸਦਾ ਵੀ ਆ ਮਨ ਹੈ। ਇਸ ਕਰਕੇ ਜਦੋਂ ਮਨ ਪ੍ਰਗਟ ਹੁੰਦਾ ਉਹ ਤਨ ਦੇ ਰਾਹੀਂ ਹੀ ਪ੍ਰਗਟ ਹੁੰਦਾ ਹੈ, ਤੇ ਪ੍ਰਗਟ ਸਰੂਪ ਨੂੰ ਇਸ਼ਨਾਨ ਵੀ ਕਰਨਾ ਪੈਂਦਾ ਹੈ, ਤਨ ਧੋਣਾ ਵੀ ਪੈਂਦਾ ਹੈ। ਮਨ ਕਰਕੇ ਸਾਨੂੰ ਇਸ਼ਨਾਨ ਵੀ ਕਰਨਾ ਪੈਂਦਾ, ਬਾਣੀ ਨਾਲ ਇਸ਼ਨਾਨ ਕਰਨਾ ਵੀ ਪੈਂਦਾ ਹੈ। ਤਨ ਔਰ ਮਨ ਗੁਰੂ ਦਾ ਸਿਧਾਂਤ ਹੈ, ਇਸ ਕਰਕੇ ਇਹਨੂੰ ਛੱਡਿਆ ਨਹੀਂ ਜਾ ਸਕਦਾ। ਹਾਂਜੀ, ਧੰਨਵਾਦ ਜੀ। ਧੰਨਵਾਦ ਵੀਰ ਜੀ। ਤਨ ਔਰ ਮਨ ਗੁਰੂ ਦਾ ਸਿਧਾਂਤ ਹੈ। ਤਨ ਦੀ ਸਫਾਈ ਤੇ ਮਨ ਦੀ ਸੁੱਚਤਾ, ਇਹ ਜੀਵਨ ਦੀ ਇੱਕ ਖੇਡ ਅਸੀਂ ਸਮਝ ਲਈਏ, ਜਿਸ ਬਾਬਤ ਅਸੀਂ ਧਿਆਨ ਰੱਖਣਾ। ਤਨ ਦੀ ਸਫਾਈ ਤੇ ਮਨ ਦੀ ਸੁੱਚਤਾ। 10 ਦੇਹੀਆਂ ਦਾ ਆਪ ਜੀ ਨੇ ਜ਼ਿਕਰ ਕੀਤਾ। ਦੇਹੀਆਂ 10 ਜ਼ਰੂਰ ਹੋਈਆਂ, ਲੇਕਿਨ ਗੁਰੂ ਸਾਡਾ ਇੱਕ ਹੀ ਹੈ, ਸ਼ਬਦ ਗੁਰੂ। ਬਿਲਕੁਲ ਆਪ ਜੀ ਜਿਹੜਾ ਸਮਝਾਣਾ ਕਰ ਰਹੇ ਹੋ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ। अगम अगोचर वे परवाहे आपे मेहरबान अगम अथाय, ये जितने भी वर्ड्स आए, अगम अगोचर वे परवाह मेहरबान अगम अथाय, ये सारे एडजेक्टिव है। एडजेक्टिव्स ऑफ व्हाट? ऑफ द वननेस। उस उख दे बारे दस दिन की वो पहुंच तो बाहर है, अनअसेसिबल है, इज एन ओशन ऑफ वर्च्यूज, इट इज मर्सीफुल, बेमुहताज है, और इस नू पहुंचना बहुत मुश्किल है। पर कहते हैं कि फिर कदू मिलता है? इस नू पहुंचण वास्ते, इस दे मिलाप होण वास्ते सानू गुरु दे राही जाना पैंदा है, शब्द दे राही, गुरु दे राही, उहदे कंसैप्ट दे राही, हुक्म नू मनण दे राही, उहदे नाम दे राही। जदों मन उस दे नाल सांझ पा लैंदा है तो वो एक नू मिल सकदा है, पा सकदा है, ट्यून्ड कर सकदा है। हाँ जी, धन्यवाद बुआ जी, टू द पॉइंट आप जी ने समझाना किया। जी गुरदीप वीर जी।
स्पष्ट हो ही गए शब्द। वैसे अगम गोचर वे प्रवाहे शब्द ही गुरु है, इस गल दे विच कोई दो राय नहीं है, लेकिन वो कई बार मिसइंटरप्रिटेशन ਅਸੀਂ कर ਦਿੰਦੇ ਆ। अगम अथा जिहदे गुणा दा पार नहीं पाया जा सकता। कबीर साहब का बहुत प्यारा बचन है, कबीर सात समुंदर मस करो कलम करो मन राय बसदा कागज जो करो हर जस लिखन ना जाए। सो साडी तां ਅਸੀਂ ਨਿੱਕੇ ਜਿਹੇ ਇੱਕ ਮੈਲੀ ਕੁਚੈਲੀ ਬੂੰਦ ਹੈ, ਉਸ ਸਾਗਰ ਨੂੰ ਜਾਣ ਲੈਣਾ, ਉਸ ਸਾਗਰ ਬਾਰੇ ਕੁਝ ਕਹਿ ਦੇਣਾ, ਉਸ ਸਾਗਰ ਬਾਰੇ ਵਿਖਿਆਨ ਕਰ ਲੈਣਾ ਸਾਡੀ ਸਮਰੱਥਾ ਨਹੀਂ ਹੈ। ਲੇਕਿਨ ਕਈ ਵਾਰੀ ਉਹ ਤੁਸੀਂ ਰਿਜਿਡ ਹੋ ਕੇ ਇੱਕ ਗੱਲ ਤੇ ਟਿਕ ਕੇ ਸਿਰਫ ਬਹਿਸ ਕਰੀ ਜੋ ਚੰਗੀ ਗੱਲ ਨਹੀਂ ਹੈ। ਉਹ ਆਪਾਂ ਗੁਰੂ ਸਾਹਿਬ ਲਈ ਸ਼ਬਦ ਵਰਤਦੇ ਹਾਂ, ਪ੍ਰਕਾਸ਼, ਆਪਾਂ ਆਪਣੇ ਲਈ ਜਨਮ ਔਰ ਮੌਤ ਵਰਤਦੇ ਹਾਂ, ਚਲਾਣਾ ਵਰਤਦੇ, ਜਿਹੜਾ ਵੀ ਸ਼ਬਦ ਹੈ ਆਪਾਂ ਗੁਰੂ ਸਾਹਿਬ ਲਈ ਕਦੇ ਨਹੀਂ ਮੇਰੇ ਕੋਲ ਜੰਮੇ ਤੇ ਉਹਨਾਂ ਦੀ ਮੌਤ ਹੋ ਗਈ। ਆਪਾਂ ਸ਼ਬਦ ਜਿਹੜਾ ਵਰਤਦੇ ਹਾਂ ਉਹ ਹੈ ਉਹਨਾਂ ਦਾ ਪ੍ਰਕਾਸ਼ ਹੋਇਆ ਔਰ ਉਹ ਜੋਤੀ ਜੋਤ ਸਮਾ ਗਈ। ਉਹ ਜੋਤ ਜਿਹੜੀ ਕਦੇ ਬਿਨਸਣੀ ਨਹੀਂ, ਅਬਿਨਾਸੀ ਹੈ। ਸੋ ਔਰ ਜਿਹੜਾ ਸ਼ਬਦ ਜਨਮ ਮਰਨ ਲਈ ਵੀ ਆਪਾਂ ਵਰਤਦੇ ਹਾਂ ਉਹ ਗੁਰੂ ਤੇ ਲਾਗੂ ਨਹੀਂ ਹੁੰਦਾ। ਗੁਰੂ ਪਰਮੇਸ਼ਰ ਦਾ ਰੂਪ ਹੈ। ਆਪਾਂ ਬਚਨ ਪੜ੍ਹਦੇ ਹਾਂ ਬਾਣੀ ਵਿੱਚ, ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਸਰੀਰ ਦਾ ਬਿਨਸ ਜਾਣਾ ਬਾਬੇ ਨਾਨਕ ਦਾ ਬਿਨਸ ਜਾਣਾ ਨਹੀਂ ਹੈ। ਆ ਗੱਲ ਸਮਝਣ ਵਾਲੀ ਹੈ। ਸਾਡਾ ਬਿਨਸਣ ਜਾਣਾ ਹੈਗਾ, ਹਉਮੈ ਮਰਤਾ ਹਉਮੈ ਜਨਮੈ ਹਉਮੈ ਫਿਰ ਜੋਨੀ ਭਰਮੈ ਰੋਗ ਬਦ ਰਹਿਣ ਰਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਥਾ ਜਾਵੇ। ਅਸੀਂ ਹਉਮੈ ਦੇ ਕਾਰਨ ਜਨਮ ਮਰਨ ਦੀ ਪ੍ਰੋਸੈਸ ਵਿੱਚ ਹੈਗੇ ਹਾਂ। ਗੁਰੂ ਇਸ ਤੋਂ ਮੁਕਤ ਹੈ। ਜਦੋਂ ਉਹ ਪ੍ਰਗਟ ਹੋਏ ਬਾਬੇ ਨਾਨਕ ਦੇ ਰੂਪ ਵਿੱਚ, ਉਸ ਤੋਂ ਪਹਿਲਾਂ ਵੀ ਜੋਤ ਸਰੂਪ ਉਹ ਵਿਜਮਾਨ ਸੀ। ਨਿਰੰਕਾਰ ਜਦੋਂ ਦਾ ਹੈਗੇ ਉਦੋਂ ਦੇ ਬਾਬੇ ਨਾਨਕ ਜੋਤ ਸਰੂਪ ਇਸ ਬ੍ਰਹਮੰਡ ਵਿੱਚ ਸੀਗੇ ਔਰ ਅੱਗੇ ਵੀ ਰਹਿਣੇ। ਇਹ ਗੱਲ ਸਮਝਣ ਵਾਲੀ ਹੈ। ਲੇਕਿਨ ਅਸੀਂ ਹੁਣ ਉਹਨਾਂ ਦਾ ਚਿੱਤ ਕਰਦਾ ਹੈ ਵੀਰ ਦਾ ਵੀ ਉਹਨੂੰ ਗੁਰੂ ਨਹੀਂ ਆਖਣਾ, ਤੂੰ ਨਾਨਕ ਆਖੀ ਜਾ ਭਾਈ, ਤੂੰ ਮਹਿਤਾ ਕਾਲੂ ਦਾ ਪੁੱਤਰ ਆਖੀ ਜਾ, ਸਭ ਤੋਂ ਯੂ। ਪਰ ਜਦੋਂ ਬਾਣੀ ਕਹਿ ਰਹੀ ਹੈ ਜੋਤ ਸਰੂਪ ਹਰ ਆਪ ਗੁਰੂ ਨਾਨਕ ਕਹਾਇਓ, ਮੈਂ ਕਿੱਦਾਂ ਕਹਿ ਰਿਹਾ ਕਿ ਮੈਂ ਉਹਨੂੰ ਗੁਰੂ ਨਾਨਕ ਨਾ ਕਹਾਂ। ਬਿਲਕੁਲ ਉਹ ਦਸੋਂ ਜਾਮੇ ਗੁਰੂ ਨਾਨਕ ਸੀਗੇ ਔਰ ਉਹ ਗਏ ਨਹੀਂ, ਸ਼ਬਦ ਰੂਪ ਦੇ ਵਿੱਚ ਹੁਣ ਵੀ ਮੌਜੂਦ ਨੇ ਸਾਡੇ ਕੋਲ। ਉਹ ਅਟਲ ਹੈ, ਜੁਗੋ ਜੁਗ ਅਟਲ ਹੈ। ਆ ਸੱਚ ਜੁਗਾ ਸੱਚ ਨੇ, ਉਹਨਾਂ ਨੇ ਕਦੇ ਜਾਣਾ ਨਹੀਂ। ਇਸ ਕਰਕੇ ਉਹਨਾਂ ਨੂੰ ਐਵੇਂ ਉਸ ਰੈਫਰੈਂਸ ਦੇ ਵਿੱਚ ਸਰੀਰ ਨਾਲ ਜੋੜ ਕੇ ਐਵੇਂ ਕੁਰਾਹੇ ਪਈ ਜਾਣਾ। ਫਿਰ ਕੱਲ ਵੀ ਉਹਨਾਂ ਨੇ ਇੱਕ ਗੱਲ ਕੀਤੀ ਸੀ ਵੀਰ ਜੀ ਨੇ, ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਸੋਝੀ ਨਹੀਂ ਮੇਰੇ ਤੋਂ, ਮੈਂ ਇਹ ਗੱਲ ਮਨ ਰੱਖਣ ਲਈ ਨਹੀਂ ਕਹਿ ਰਿਹਾ। ਜਿੰਨੇ ਵੀ ਬੁਲਾ ਰਹੇ ਨੇ ਮੇਰੇ ਸਤਿਕਾਰਯੋਗ ਭੈਣ ਜੀ, ਵੀਰ ਇਕਬਾਲ ਸਿੰਘ ਜੀ, ਵੀਰ ਹਰਵਿੰਦਰ ਸਿੰਘ ਜੀ, ਵੀਰ ਸੁਖਬੀਰ ਸਿੰਘ ਜੀ, ਔਰ ਈਵਨ ਸੰਗਤ ਵੀ ਜਿਹੜੀ ਸੁਣਨ ਵਾਲੀ ਹੈ, ਬੜੀ ਸੂਝਵਾਨ ਸੰਗਤ ਹੈ, ਸੋਝੀ ਵਾਲੀ ਸੰਗਤ ਹੈ, ਜਿਹੜੀ ਗੁਰੂ ਸ਼ਬਦ ਨਾਲ ਪਿਆਰ ਕਰਦੀ ਹੈ, ਗੁਰੂ ਸ਼ਬਦ ਨੂੰ ਹੀ ਗੁਰੂ ਮੰਨਦੀ ਹੈ। ਮੈਂ ਓਨੈਸਟਲੀ ਇਹ ਐਡਮਿਟ ਕਰਦਾ ਕਿ ਮੈਨੂੰ ਕਿਣਕਾ ਮਾਤਰ ਵੀ ਸੰਗਤ ਦੇ ਬਰਾਬਰ, ਉਹਨਾਂ ਬੁਲਾਰਿਆਂ ਦੇ ਬਰਾਬਰ ਸੂਝ ਨਹੀਂ ਹੈ। ਲੇਕਿਨ ਜਿਹੜਾ ਸਿਧਾਂਤ ਗੁਰੂ ਨੇ ਬਾਣੀ ਰਾਹੀਂ ਸਪਸ਼ਟ ਕਰ ਦਿੱਤਾ ਹੈ ਉਹਦੇ ਬਾਰੇ ਕਲੈਰਿਟੀ ਵੀ ਹੈ, ਉਹਦੇ ਬਾਰੇ ਮੈਂ ਬਿਲਕੁਲ ਸਪਸ਼ਟ ਹਾਂ। ਹੁਣ ਮਾਇਆ ਦੀ ਗੱਲ ਉਹਨਾਂ ਨੇ ਕੱਲ ਇੱਕ ਮਿਸਾਲ ਦਿੱਤੀ ਸੀ ਵੀ ਮਾਇਆ ਨਿਰੰਕਾਰ ਨੇ ਨਹੀਂ ਲਾਈ। ਮੈਂ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਭੁਲੇਖਾ ਮੈਨੂੰ ਵੀ ਲੱਗ ਸਕਦਾ ਸਮਝਣ ਵਿੱਚ, ਕਿਸੇ ਨੂੰ ਵੀ ਲੱਗ ਸਕਦਾ। ਹੁਣ ਕਬੀਰ ਸਾਹਿਬ ਦਾ ਸ਼ਬਦ ਜਿਹੜਾ ਹੈ ਆਸਾ ਦੇ ਵਿੱਚ, ਆਸਾ ਰਾਗ ਸਰਪਣੀ ਤੇ ਉੱਪਰ ਨਹੀਂ ਬਲੀਆ, ਉਹਦੇ ਚੋਂ ਸਪਸ਼ਟ ਕਹਿ ਰਹੇ ਨੇ ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸਤੇ ਹੋਈ। ਇਹ ਮਾਇਆ ਰੂਪੀ ਸਰਪਣੀ ਉਸ ਨਿਰੰਕਾਰ ਨੇ ਹੀ ਬਣਾਈ ਹੋਈ ਹੈ ਔਰ ਇਹਦਾ ਆਪਣਾ ਬਲ ਨਹੀਂ ਹੈ। ਇਹ ਬਲ ਰਹਿਤ ਅਬਲ ਹੈ। ਬਲ ਅਬਲ ਕਿਆ ਇਸਤੇ ਹੋਈ, ਇਹ ਆਪਣੇ ਆਪ ਕੁਝ ਨਹੀਂ ਕਰ ਸਕਦੀ, ਉਹਦੇ ਹੁਕਮ ਦੇ ਵਿੱਚ ਹੀ ਕਰ ਸਕਦੀ ਹੈ। ਫਿਰ ਆਪਾਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਮਾਇਆ ਤਮੋਹਣੀ ਤਿਨੇ ਕੀਤੀ ਜਿਨ ਠੰਗੌਲੀ ਪਾਈ ਹੈ, ਕੁਰਬਾਨ ਕੀਤਾ ਤਿਸੇ ਵਿਟੋਂ ਜਨਮੋਂ ਮਿੱਠਾ ਲਾਇਆ। ਬਾਣੀ ਤਾਂ ਸਪਸ਼ਟ ਕਹਿ ਰਹੀ ਕਿਉਂ ਨਹੀਂ ਕੀਤੀ ਹੈ। ਫਿਰ ਸਪਸ਼ਟ ਬਚਨ ਇੱਕ ਹੋਰ ਮਹਲਾ ਤੀਜਾ ਵਿੱਚ, ਮਾਇਆ ਮਮਤਾ ਕਰਤੇ ਲਾਈ ਇਹ ਹੁਕਮ ਕਰ ਸਿਸ਼ਟ ਉਪਾਈ। ਸੋ ਜਦੋਂ ਬਾਣੀ ਦੇ ਬਚਨ ਇਹ ਬਖਸ਼ਿਸ਼ ਕਰ ਰਹੇ ਨੇ ਕਿ ਉਸ ਕਰਤੇ ਨੇ ਬਣਾਈ ਹੈ, ਇਹਨੂੰ ਏਦਾਂ ਕਹਿ ਦੇਣਾ ਚਾਹੀਦਾ। ਮੈਨੂੰ ਟੈਗੋਰ ਦੀ ਇੱਕ ਬੜੀ ਪਿਆਰੀ ਕੋਟ ਯਾਦ ਆਉਂਦੀ ਹੈ, ਕਹਿੰਦੇ when a father tosses his child up in arms the appearance is of rejection while the truth is otherwise। ਬੱਚੇ ਨੂੰ ਪਿਓ ਲਾਡ ਦੇ ਵਿੱਚ ਹੱਥਾਂ 'ਚ ਉਛਾਲ ਰਿਹਾ ਹੈ, ਦੇਖਣ ਵਾਲੇ ਨੂੰ ਲੱਗੇਗਾ ਉਹ ਬੱਚੇ ਨੂੰ ਰਿਜੈਕਟ ਕਰ ਰਿਹਾ, ਪਰੇ ਸੁੱਟ ਰਿਹਾ ਔਰ ਉਹਦੀ ਜਾਨ ਨੂੰ ਖਤਰਾ ਕਰ ਦੇਗਾ, ਜਦੋਂ ਕਿ ਉਹ ਬੱਚੇ ਨੂੰ ਲਾਡ ਕਰ ਰਿਹਾ ਹੁੰਦਾ ਹੈ। ਜਿਹੜੇ ਸਾਡੀ ਜ਼ਿੰਦਗੀ 'ਚ ਉਤਾਰ ਚੜਾਅ, ਅਪਸ ਐਂਡ ਡਾਊਨ, ਦੁੱਖ ਸੁੱਖ ਵੀ ਆਉਂਦੇ ਨੇ, ਉਹ ਸਿਰਫ ਸਾਨੂੰ ਸਟੈਮਿਨਾ ਬਣਾਉਣ ਲਈ ਆਣੇ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਦੁੱਖ ਸੁੱਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਨ ਦਾਤੇ ਦੀਏ। ਔਰ ਜਿਹੜਾ ਜਿਵੇਂ ਕੱਪੜਾ ਬਦਲਦੇ ਆ ਰੁੱਤ ਦੇ ਵਿੱਚ, ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਇਸ ਤਰ੍ਹਾਂ ਹੀ ਹੈ, ਸੁੱਖ ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ। ਅਗਰ ਗੁਰੂ ਸਾਨੂੰ ਬਚਪਨ ਤੋਂ ਜਿਵੇਂ ਆਪਾਂ ਬਾਕੀ ਵਿਦਿਆ ਬੱਚੇ ਨੂੰ ਦਿੰਦੇ ਆ ਵੀ ਤੁਰਨਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਉਹਨੂੰ ਠੰਡੇ ਤੱਤੇ ਤੋਂ ਬਚ ਕੇ ਰਹਿਣਾ, ਹਰ ਚੀਜ਼ ਜਿੱਥੇ ਖਤਰਾ ਹੈ ਉਹਦੇ ਬਾਰੇ ਸੋਝੀ ਦਿੰਦੇ ਆ, ਟ੍ਰੇਨਿੰਗ ਹੈ।
ਸੋ ਦੁੱਖਾਂ ਨਾਲ ਨਿਪਟਣਾ ਕਿਵੇਂ ਹੈ, ਦੁੱਖਾਂ ਨੂੰ ਸਹਿਣਾ ਕਿਵੇਂ ਹੈ, ਉਹਨਾਂ ਦਾ ਸਾਹਮਣਾ ਕਿਵੇਂ ਕਰਨਾ, ਟਾਕਰਾ ਕਿਵੇਂ ਕਰਨਾ, ਗੁਰੂ ਸਾਹਿਬ ਉਹ ਸਮਝਾਉਂਦੇ ਨੇ। ਸਾਡੇ ਆਪਣੀਆਂ ਗਲਤੀਆਂ ਕਰਕੇ ਆਉਂਦੇ ਨੇ ਦੁੱਖ, ਉਹ ਗੁਰੂ ਸਾਹਿਬ ਨਹੀਂ ਦਿੰਦੇ ਸਾਨੂੰ। ਲੇਕਿਨ ਆਪਾਂ, ਮੇਰੀ ਸਿਰਫ ਨਿਮਰਤਾ ਅਗਰ ਮੇਰੇ ਕਿਸੇ ਬੋਲ ਬੁਲਾਰੇ ਕਰਕੇ ਸੰਗਤ ਵਿੱਚ, ਜਾਂ ਮੇਰੇ ਵੀਰ ਹਰਵਿੰਦਰ ਸਿੰਘ ਜੀ ਸਤਿਕਾਰਯੋਗ ਨੇ, ਉਮਰ ਵਿੱਚ ਮੇਰੇ ਤੋਂ ਛੋਟੇ ਨੇ, ਗੁਣਾਂ ਵਿੱਚ ਬਹੁਤ ਵੱਡੇ ਨੇ ਸਾਰੇ ਹੀ, ਅਗਰ ਕਿਸੇ ਦਾ ਮਨ ਦੁਖਿਆ ਹੈ, ਕਿਸੇ ਨੂੰ ਭੁਲੇਖਾ ਲੱਗਾ ਹੈ, ਕਿਸੇ ਨੂੰ ਬੁਰਾ ਲੱਗਾ ਹੈ, ਮੈਂ ਹੱਥ ਜੋੜ ਕੇ ਸਿਰ ਨਿਵਾ ਕੇ ਸਾਰਿਆਂ ਕੋਲੋਂ ਮਾਫੀ ਮੰਗਦਾ। ਲੇਕਿਨ ਆਪਾਂ ਜੋ ਮੈਨੂੰ ਸਮਝ ਆ ਗਿਆ ਇਹ ਭਾਵਨਾ ਲੈ ਕੇ ਨਾ ਚਲੇ ਕਿ ਉਹ ਅਲਟੀਮੇਟ ਹੈ, ਬਸ ਮੈਨੂੰ ਹੀ ਸਮਝ ਆਇਆ, ਹੋਰ ਕਿਸੇ ਨੂੰ ਸਮਝ ਨਹੀਂ ਆਇਆ। ਪਲੀਜ਼ ਇਹ ਮੇਰੀ ਹੱਥ ਜੋੜ ਕੇ ਬੇਨਤੀ। ਔਰ ਮੈਂ ਤਾਂ ਇਹ ਮੰਨਦਾ ਕਿ ਮੇਰੇ ਕੋਲੋਂ ਵੀ ਸਮਝਣ ਵਿੱਚ 100 ਵਾਰੀ ਗਲਤੀ ਹੋ ਸਕਦੀ ਹੈ। ਔਰ ਇਸ ਪਲੇਟਫਾਰਮ ਨੂੰ ਜੁਆਇਨ ਕਰਨ ਦਾ ਪਰਪਸ ਮੈਂ ਆਪਣਾ ਗਿਆਨ ਪ੍ਰਗਟਾਉਣਾ ਨਹੀਂ ਹੈ, ਮੈਂ ਆਪਣੇ ਆਪ ਨੂੰ ਵਿਦਵਾਨ ਜਾਂ ਸੂਝਵਾਨ ਸਾਬਤ ਕਰਨਾ ਨਹੀਂ ਹੈ। ਸਿਰਫ ਵਿਚਾਰਾਂ ਦੀ ਜੋ ਗੁਰੂ ਸਾਹਿਬ ਨੇ ਇੱਕ ਜੁਗਤ ਬਖਸ਼ੀ ਹੈ, ਹੋਏ ਕਤਰ ਮਿਲੋ ਮੇਰੇ ਭਾਈ, ਦੁਗਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸੁਖਾਂ ਵਿਛਾਈ। ਪਰਪਸ ਇਹ ਹੈ, ਸਾਰਿਆਂ ਦਾ ਹੀ ਹੋਣਾ ਚਾਹੀਦਾ ਹੈ। ਔਰ ਜੋ ਕੁਝ ਸਿੱਖਿਆ ਉਹਦਾ ਮਾਣ ਨਹੀਂ ਕਰਨਾ। ਗੁਰੂ ਨੇ ਝੋਲੀ ਪਾਇਆ, ਮਨ ਮਤ ਤੂੰ ਮਾਣ ਕਰੇ, ਜੇ ਹੋ ਕੁਛ ਜਾਣਦਾ ਗੁਰਮੁਖ ਨਿਮਾਣਾ ਹੋ। ਸੋ ਜੋ ਸਾਹਿਬ ਸਮਝਾ ਰਹੇ ਨੇ ਕਿ ਉਹ ਅਗਮ ਹੈ, ਅਗੋਚਰ ਹੈ, ਭਾਵ ਗਿਆਨ ਇੰਦਰੀਆਂ ਰਾਹੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ। ਉਹ ਆਪ ਮਿਹਰਬਾਨ ਹੈ, ਦਿਆਲੂ ਹੈ। ਅਗਮ ਮੀਨਸ ਇਨਐਕਸੈਸਿਬਲ, ਅਥਾ ਉਹਦਾ ਥਾ ਗੁਣਾਂ ਦਾ ਨਹੀਂ ਪਾਇਆ ਜਾ ਸਕਦਾ। ਔਰ ਉਹਦੇ ਗੁਣਾਂ ਤੱਕ ਵੀ ਅਸੀਂ, ਸਾਡੀ ਸੂਝ-ਬੁਝ, ਇੱਕ ਬਚਨ ਆਉਂਦਾ, ਜੋ ਜਨ ਪਰਮਿਤ ਪਰਮਨ ਜਾਣਾ। ਜਿਹੜਾ ਮਨ ਦੇ ਕਿਆਸ ਬੁੱਧੀਆਂ ਅਸੈਸਮੈਂਟ ਤੋਂ ਪਰੇ ਹੈ, ਲੇਕਿਨ ਉਹ ਗੁਰੂ ਦੇ ਸ਼ਬਦ ਰਾਹੀਂ ਉਹਨੂੰ ਮਿਲਿਆ ਜਾ ਸਕਦਾ। ਉਹਦੇ ਵਰਗਾ ਹੋ ਕੇ, ਜਿਵੇਂ ਗੁਰੂ ਸਾਹਿਬ ਨੇ ਕਹਿੰਦੇ ਵੀ ਬਹੁਤ ਸਾਰੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਤਨ ਕੀੜੀ ਤੁਲਨਾ ਹੋਣੀ ਦੇਖ ਮਨੋ ਨਾ ਵਿਸਰੈ, ਨਦੀਆਂ ਤੇ ਵਾਹ ਪਵੇਂ ਸਮੁੰਦ ਨਾ ਜਾਣੀਏ। ਮੇਰੇ ਵਰਗਾ ਕੋਈ ਗੰਦਾ ਨਾਲਾ ਵੀ ਅਗਰ ਗੁਰੂ ਦਰਿਆਓ ਦੇ ਨਾਲ ਕਿਤੇ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲ ਰਹੇ ਤਾਂ ਉਹ ਮੰਜ਼ਿਲ ਅਖੀਰ ਚ ਵਹਿੰਦਾ ਉਸ ਸਾਗਰ ਚ ਹੋ ਕੇ ਉਹਦਾ ਸਾਗਰ ਰੂਪ ਹੋ ਸਕਦਾ ਹੈ। ਛੋਟੀ ਜਿਹੀ ਨਦੀ ਵੀ ਹੋ ਸਕਦੀ ਹੈ, ਛੋਟਾ ਜਿਹਾ ਦਰਿਆ ਵੀ ਹੋ ਸਕਦਾ ਹੈ। ਲੇਕਿਨ ਜੁੜਨਾ ਗੁਰੂ ਨਾਲ ਪੈਣਾ। ਗੁਰੂ ਸ਼ਬਦ ਨੇ ਹੀ ਉਹ ਸਾਗਰ ਦੇ ਨਾਲ, ਜਿਹੜਾ ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੇਰੀ ਰਾਮ, ਉਹਦੇ ਚ ਮਿਲ ਕੇ ਉਹਦਾ ਰੂਪ ਹੋਇਆ ਜਾ ਸਕਦਾ। ਧੰਨਵਾਦ। ਧੰਨਵਾਦ ਵੀਰ ਜੀ। ਆਪ ਜੀ ਨੂੰ ਨਮਸਕਾਰ ਹੈ। ਜਿਹੜੇ ਅਲਫਾਜ਼ ਆਪ ਜੀ ਨੇ ਬੋਲੇ, ਬਿਲਕੁਲ ਆਪ ਜੀ ਬਹੁਤ ਨਿਮਰਤਾ ਸਹਿਤ, ਪਿਆਰ ਸਹਿਤ ਆਪ ਜੀ ਸਮਝਾਣਾ ਕਰ ਰਹੇ ਹੋ ਔਰ ਬੜੀ ਚੀਜ਼ਾਂ ਆਪ ਜੀ ਸਮਝਾ ਰਹੇ ਹੋ, ਬੜੇ ਅੱਛੇ ਤਰੀਕੇ ਨਾਲ ਸਮਝਾ ਰਹੇ ਹੋ। ਧੰਨਵਾਦ ਹੈ ਆਪ ਜੀ ਦਾ। ਬਿਲਕੁਲ ਇੱਕ ਗੱਲ ਆਪ ਜੀ ਨੇ ਬਹੁਤ ਅੱਛੀ ਕੀਤੀ। ਜਦੋਂ ਵੀ ਅਸੀਂ ਵਿਚਾਰ ਰੱਖੀਏ ਤੇ ਵਿਚਾਰ ਦੇ ਪਿੱਛੇ ਭਾਵਨਾ ਇਹ ਹੋਣੀ ਚਾਹੀਦੀ ਹੈ ਕਿ ਮੈਂ ਵੀ ਠੀਕ ਹਾਂ। ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਹੀ ਠੀਕ ਹਾਂ, ਸਿਰਫ ਮੈਂ ਠੀਕ ਹਾਂ। ਇਹ ਭਾਵਨਾ ਨਹੀਂ ਹੋਣੀ ਚਾਹੀਦੀ। ਸਤਿਕਾਰ ਸਾਰਿਆਂ ਦਾ ਹੈ। ਬਿਲਕੁਲ ਆਪ ਜੀ, ਅਸੀਂ ਸਾਰੇ ਸਿੱਖਣ ਲਈ ਬੈਠੇ ਹਾਂ। ਬਿਲਕੁਲ ਜਿਹੜੀ ਗੱਲ ਆਪ ਜੀ ਨੇ ਕੀਤੀ, ਸਮਝ ਕਿਸੇ ਨੂੰ ਮੈਂ ਕਹਾਂਗਾ, ਮੈਨੂੰ ਵੀ ਬਿਲਕੁਲ ਕਿਨਕਾ ਮਾਤਰ ਵੀ ਸਮਝ ਨਹੀਂ। ਸਿੱਖਿਆਰਥੀ ਬਣ ਕੇ ਮਨ ਦੇ ਪਿੱਛੇ ਭਾਵਨਾ ਹੈ ਕਿ ਸਿੱਖਿਆਰਥੀ ਬਣ ਕੇ ਗੁਰੂ ਕੋਲੋਂ ਸਿੱਖੀਏ। ਤੇ ਅਸੀਂ ਰਲ ਮਿਲ ਕੇ ਬੈਠ ਕੇ ਸਿਰਫ ਇਹੋ ਭਾਵਨਾ ਦੇ ਨਾਲ ਆਰੰਭ ਹੋਇਆ ਸੀ ਪਾਠ, ਤੇ ਇਸੇ ਭਾਵਨਾ ਦੇ ਨਾਲ ਅੱਗੇ ਵੀ ਅਸੀਂ ਤੋੜਨਾ ਚਾਹੁੰਦੇ ਹਾਂ। ਤੇ ਸਾਰੀ ਸੰਗਤ ਦਾ ਤੇ ਆਪ ਜੀ ਦਾ ਸਾਥ ਚਾਹੁੰਦੇ ਹਾਂ ਕਿ ਰਲ ਮਿਲ ਕੇ ਅਸੀਂ ਗੁਰੂ ਕੋਲੋਂ ਸਿੱਖ ਸਕੀਏ। ਧੰਨਵਾਦ ਆਪ ਜੀ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ। आओ रल मिल के पाठ कर लिए 2 पदियां ਦਾ। ਉਸ ਉਪਰੰਤ ਫਿਰ ਅਸੀਂ ਸਾਰੇ ਰਲ ਕੇ ਵਿਚਾਰਾਂ ਹੋਰ ਜਿਹੜੀ ਸ਼ੇਅਰ ਕਰਨੀ ਚਾਹੁੰਦੇ ਹਾਂ, ਕਿਉਂਕਿ 5 ਮਿੰਟ ਦਾ ਅਜੇ ਸਮਾਂ ਹੈ। ਆਪੇ ਸੱਚਾ ਸ਼ਬਦ ਮਿਲਾਏ, ਸ਼ਬਦੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਮਿਲੇ ਵਡਿਆਈ, ਨਾਮੇ ਹੀ ਸੁਖ ਪਾਇੰਦਾ। ਮਾਰੂ ਮਹਿਲਾ ਤੀਜਾ, ਅਗਮ ਅਗੋਚਰ ਵੇ ਪਰਵਾਹੇ, ਆਪੇ ਮਿਹਰਬਾਨ ਅਗਮ ਅਥਾਹੇ, ਅਪੜ ਕੋਏ ਨਾ ਸਕੈ ਤਿਸਨੋ, ਗੁਰ ਸ਼ਬਦੀ ਮੈਂ ਲਾਇਆ। ਅਪੜ ਕੋਏ ਨਾ ਸਕੈ ਤਿਸਨੋ, ਗੁਰ ਸ਼ਬਦੀ ਮੈਂ ਲਾਇਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ